ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵੀਡੀਓ ਹੈ ਸਰਾਧ ਗੁਰਮਤਿ ਅਤੇ ਕਵੀ ਸੰਤੋਖ ਸਿੰਘ ਦਾ ਗ੍ਰੰਥ ਸੂਰਜ ਪ੍ਰਕਾਸ਼। ਸ਼ਰਾਧਾਂ ਦਾ ਸਿੱਖ ਧਰਮ ਨਾਲ ਕੀ ਸੰਬੰਧ ਹੈ ਔਰ ਗੁਰਮਤਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਸ ਬਾਰੇ ਕੀ ਉਪਦੇਸ਼ ਕਰਦੀ ਹੈ। ਔਰ ਤੇ ਸੂਰਜ ਪ੍ਰਕਾਸ਼ ਦਾ ਗ੍ਰੰਥ ਦਾ ਕਰਤਾ ਕਵੀ ਸੰਤੋਖ ਸਿੰਘ ਕੀ ਲਿਖਦਾ ਹੈ। ਸਿੱਖ ਧਰਮ ਦਾ ਆਧਾਰ ਦੀ ਸ਼ੁਰੂਆਤ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੀਤੀ, ਜਿਨ੍ਹੇ ਸਮਾਜ ਦੇ ਵਿੱਚ ਫੋਕਟ ਦੇ ਝੂਠੇ ਕਰਮ ਕਾਂਡ ਚੱਲ ਰਹੇ ਸਨ, ਉਹਨਾਂ ਦੇ ਉੱਤੇ ਸਤਿਗੁਰਾਂ ਝੋਟ ਮਾਰੀ। ਉਹਨਾਂ ਨੇ ਇਹ ਸਮਝਾਇਆ ਕਿ ਦਿਖਾਵੇ ਦੇ ਧਰਮ ਕਰਮ ਕਰਨੇ ਸਾਨੂੰ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਇਸ ਕਰਕੇ ਝੂਠੇ ਦੇ ਕਰਮ ਕਾਂਡ ਧਰਮ ਦੇ ਨਾਂ 'ਤੇ ਸਮਾਜ ਦੇ ਨਾਂ 'ਤੇ ਇਹਨਾਂ ਨੂੰ ਛੱਡ ਦੇਵੋ, ਕੋਈ ਫਾਇਦਾ ਨਹੀਂ ਹੈ। ਕਿਉਂਕਿ ਪੁਰਾਤਨ ਸਮੇਂ ਤੋਂ ਸਾਡੇ ਦੇਸ਼ ਵਿੱਚ ਹਿੰਦੁਸਤਾਨ ਵਿੱਚ ਇਹ ਰਵਾਇਤ ਚੱਲੀ ਆਉਂਦੀ ਸੀ ਕਿ ਜਦੋਂ ਕੋਈ ਘਰ ਦਾ ਪ੍ਰਾਣੀ ਮਰ ਜਾਂਦਾ ਤਾਂ ਉਸ ਦੇ ਨਿਮਿਤ ਸਾਲ ਬਾਅਦ 10 ਮਹੀਨੇ ਬਾਅਦ ਵਰੀਣਾ ਕਰਦੇ ਨੇ। ਉਸ ਨੂੰ ਅੱਗੇ ਮਦਦ ਕਰਨ ਲਈ ਵੈਤਰਣੀ ਨਦੀ ਕੋਈ ਕਹਿੰਦੇ ਆ, ਉਹਨੂੰ ਕ੍ਰੋਸ ਕਰਨ ਲਈ ਗਾਂ ਵੀ ਦਾਨ ਕੀਤੀ ਜਾਂਦੀ ਸੀ, ਬੜਾ ਕੁਛ। ਅਤੇ ਉਹਦੇ ਨਾਂ 'ਤੇ ਅੰਨਦਾਣਾ ਲਾਇਆ ਜਾਂਦਾ ਸੀ ਤਾਂ ਕਿ ਇੱਥੇ ਅਸੀਂ ਲੰਗਰ ਪਾਣੀ ਛਕਾਵਾਂਗੇ ਤਾਂ ਅੱਗੇ ਜਿਹੜੇ ਪਿੱਤਰ ਨੇ, ਸਾਡੇ ਪੁਰਖੇ ਨੇ, ਬਜ਼ੁਰਗ ਨੇ, ਉਹਨਾਂ ਨੂੰ ਮਿਲੇਗਾ। ਸਾਲ ਵਿੱਚ ਇੱਕ ਦਿਨ ਮੁਕਰਰ ਕਰ ਲਿਆ ਜਾਂਦਾ ਸੀ ਉਹਨਾਂ ਦੇ ਉਸ ਦਿਨ 'ਤੇ। ਉਹ ਦਿਨ ਬ੍ਰਾਹਮਣ ਦੱਸਦਾ ਸੀ ਕਿ ਤੁਹਾਡੇ ਪਿੱਤਰ ਦਾ ਜਿਹੜਾ ਸਰਾਧ ਹੈ ਉਹ ਕਿਹੜੇ ਦਿਨ ਦਾ। ਉਸ ਦਿਨ ਹਮੇਸ਼ਾ ਜਿਹੜੇ ਆ ਸਰਾਧ ਕੀਤੇ ਜਾਂਦੇ ਸੀ। ਸਰਾਧ ਦਾ ਮਤਲਬ ਪਿੱਤਰਾਂ ਦੇ ਨਾਂ 'ਤੇ ਭੋਜਨ ਪੰਡਤਾਂ ਨੂੰ ਛਕਾਇਆ ਜਾਂਦਾ ਸੀ, ਅਤੇ ਉਹ ਪੰਡਤਾਂ ਦਾ ਛਕਾਇਆ ਹੋਇਆ ਭੋਜਨ ਅੱਗੇ ਇਹ ਸਮਝਿਆ ਜਾਂਦਾ ਸੀ ਕਿ ਪਿੱਤਰ ਲੋਕ ਵਿੱਚ ਪੁੱਜਦਾ ਹੈ। ਪਿੱਤਰ ਸੰਤੁਸ਼ਟ ਹੁੰਦੇ ਨੇ। ਜਦੋਂ ਪਿੱਤਰ ਸੰਤੁਸ਼ਟ ਹੁੰਦੇ ਨੇ ਤਾਂ ਫਿਰ ਰੱਬ ਜਿਹੜਾ ਪਿੱਤਰ ਖੁਸ਼ ਹੋ ਗਏ, ਉਹਨਾਂ ਦੀ ਖੁਸ਼ੀ ਨਾਲ ਉਹ ਸਾਨੂੰ ਅਸੀਸਾਂ ਦਿੰਦੇ ਨੇ, ਅਤੇ ਜਦੋਂ ਉਹ ਸਾਨੂੰ ਅਸੀਸਾਂ ਦਿੰਦੇ ਨੇ ਤਾਂ ਫਿਰ ਸਾਡਾ ਜੀਵਨ ਸੁਖੈਨ ਹੋ ਜਾਂਦਾ, ਸੌਖਾ ਹੋ ਜਾਂਦਾ। ਇਹ ਸਾਨੂੰ ਵਿਧੀ ਵਿਧਾਨ ਇੱਥੋਂ ਦੇ ਧਾਰਮਿਕ ਜਿਹੜੇ ਆਗੂ ਸਨ ਉਹਨਾਂ ਨੇ ਦੇ ਰੱਖਿਆ ਸੀ। ਤਾਂ ਅਸੀਂ ਹੁਣ ਜਾਣਨਾ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਵਿੱਚ ਸਾਨੂੰ ਕੀ ਉਪਦੇਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਪਿੱਤਰ ਲੋਕ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਗਿਆਸੂ ਨੇ ਆਪਣੇ ਜੀਵਨ ਦਾ ਲੇਖਾ ਜੋਖਾ ਜੋ ਚੰਗੇ ਕਰਮ ਕੀਤੇ ਨੇ ਉਹ ਹੀ ਨਾਲ ਜਾਣੇ ਨੇ। ਕਿਸੇ ਨੂੰ ਅੱਗੇ ਕੋਈ ਚੀਜ਼ ਵਸਤੂ ਪਹੁੰਚਾਈ ਨਹੀਂ ਜਾ ਸਕਦੀ। ਇੱਕ ਸਾਖੀ ਅਸੀਂ ਆਮ ਪੜ੍ਹਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਕੁਰੂਕਸ਼ੇਤਰ ਗਏ, ਉੱਥੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸੀ। ਸਤਿਗੁਰੂ ਜੀ ਨੇ ਸੂਰਜ ਦੇ ਉਲਟੇ ਪਾਸੇ ਪੱਛਮ ਵੱਲ ਨੂੰ ਪਾਣੀ ਦਿੱਤਾ। ਜਦੋਂ ਲੋਕਾਂ ਨੇ ਪੁੱਛਿਆ ਵੀ ਤੂੰ ਇੱਧਰ ਪਾਣੀ ਕਿਉਂ ਦੇ ਰਿਹਾ, ਤਾਂ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਦੱਸੋ, ਤੁਸੀਂ ਉੱਧਰ ਪਾਣੀ ਕਿਉਂ ਦੇ ਰਹੇ ਹੋ। ਉਹਨਾਂ ਨੇ ਕਿਹਾ ਅਸੀਂ ਪਾਣੀ ਸੂਰਜ ਨੂੰ ਦੇ ਰਹੇ ਹਾਂ, ਅਤੇ ਸੂਰਜ ਦੇਵਤਾ ਅੱਗੇ ਸਾਡੇ ਪਿੱਤਰਾਂ ਨੂੰ ਇਹ ਪਾਣੀ ਪਹੁੰਚਾ ਰਿਹਾ ਹੈ। ਸਾਡੇ ਪਿੱਤਰ ਖੁਸ਼ ਹੋਣਗੇ ਤਾਂ ਸਾਡਾ ਜੀਵਨ ਸੁਖਦ ਹੋਏਗਾ, ਸਾਡੇ ਘਰ 'ਚ ਖੁਸ਼ੀਆਂ ਖੇੜੇ ਆਉਣਗੇ। ਅਸੀਂ ਇਸ ਲਈ ਇਹ ਪਾਣੀ ਦੇ ਰਹੇ ਹਾਂ। ਗੁਰੂ ਪਾਤਸ਼ਾਹ ਨੇ
पानी उल्टे पासे होर जोर नाल सुੱਟਣਾ शुरू छट्टना शुरू कर दिता। लोकी हैरान है, ये बंदा मूर्ख है या पागल है, ये की कर रहा। फिर वो पुछण लगे, भाई तू दसिया नहीं, तू पानी क्यों दे रहा। उन्हें कहा भी भाई गुरु साहब कहिंदे मेरी पिंड विच खेती है, खेती सुक रही है, तो मैं उन्होंने पानी दे रहा। लोकी कहण लगे, बाबा भाई तू सदाई आ, तेरा पानी तो इत्थे डिगी जांदा है और तू कहना खेती नूं पानी दे रहा। तो गुरु साहब ने बड़े ही टैक्नीकल तरीके नाल उन्हां नूं समझाया भी यार कोई इंसाफ नां दी भी चीज़ हुंदी है। तुहाडा पानी करोड़ां मील दूर सूरज तक पुज के अगे तुहाडे पितरां तक पुज रहा, और मेरा इत्थों कोई 200 मील ते पिंड है, उत्थे पानी नहीं पुजना। ये तो ना इंसाफी होई ना, ये तो गल गलत होई। वो लोकां नूं असल विच गुरु साहब इस तरीके नाल समझाना चाहुंदे सन कि भाई अगे कुछ पुजदा नहीं, भाव पितर लोक नां दी कोई चीज़ नहीं है। तुहानूं धार्मिक आगुआं ने भुलेखा पाया होया, तुहानूं गुमराह कीता होया कि इस करके यह काम फजूल है, बेमतलब है। खैर ये तां कहानी है, कोई बंदा इस नूं कह सकदा ये कहानी झूठी बनाई गई है, इस नूं असीं नहीं मानते कि ऐसी कोई गल नहीं हुई। आओ असीं इस श्राद्धां दे बारे, पितरां दे बारे गुरु नानक पातशाह जब भगत कबीर जी अपनी बाणी विच की कहंदे ने, पहलां असीं भगत कबीर जी की गल करांगे, क्योंकि भगत कबीर जी सतगुरु पातशाह तो पहलां होए हन ते उन्हां दी बाणी साडे सतगुरां ने इकट्ठी कीती। उन्हां दे स्थानां तो वो सारी बाणी नूं पंचम पातशाह ने आदवीड़ बाद च गुरु ग्रंथ साहब जी विच दर्ज किया गया। गुरु का रुतबा है। भगत कबीर जी कहते ने, जीवत पितर ना माने कोऊ, मोहे श्राद्ध कराही, पितर पी वपड़े कहो क्यों पावें, कौआ कूकर खाए। कहते भी ये लोग ने संसार के लोग जिउंदे बजुर्गों की कोई सेवा नहीं करते, उन्होंने को समा ही नहीं पुछण दा अपने बजुर्गों नूं कि भाई दुआ दारू चाहिए, तुहाडे लत्तां बाहां घुट दईए, तुहानूं खाण नूं कोई ताकत वाली चीज़ चाहिए है, तुहानूं कोई कपड़ा लीड़ा चाहिए, कोई ध्यान नहीं दिंदा, अपने कम्मां 'च मस्त रहिंदे ने ते बुढ़े ठेरे रुल खुल के इस संसार तो चलते बनते ने। जींदियां नूं कोई नहीं पूजदा अपने बजुर्गों नूं, पर मरण तो बाद खेखन बहुत करते हैं, बहुत पखंड करते हैं, बहुत रोंदे करलाउंदे ने, फिर उन्हां दे नां ते बहुत सारा दान करते हैं, भेटावां करते हैं, लंगर करते हैं, हर साल श्राद्ध भी करते हैं कि जिद्दां असीं अपने बजुर्गों के बहुत ही प्यारे हाँ, सानू बजुर्ग बहुत असीं उन्हां नूं याद करते हाँ, उन्हां दे असीं सपुत्तर हाँ, उन्हां दे नां ते इन्ना असीं अन्न दाना कपड़ा लीड़ा भेंट करते हैं, उन्हां तक पहुँचाते हैं। भगत कबीर जी ने व्यंगमय तरीके नाल बड़े सोहने ढंग नाल समझाया, जींदे पितर ना माने कोऊ, मोए श्राद्ध कराहीं, ते पितर भी वपड़े कहो क्यों पावें, कौआ कुकर खाए। कहते पितरां नूं कुछ नहीं जे मिलता, ये कां ते कुत्ते खांदे ने, कां ते कुत्ते खांदे ने। इस करके भाई ये फजूल दियां रस्मां, इहदे विच कोई फायदा नहीं। एवें तुसीं कहने कुशल होवांगे, सुखी होवांगे, खुश होवांगे, कहंदे ये सिर्फ कहानियां ने, सच नहीं है। फिर तुसीं कहोगे भी ये तो भगत कबीर ने कहा, गुरु नानक पातशाह ने कित्थे कहा। आओ आसा दी वार असीं रोज़ पढ़ते हैं। गुरु पातशाह इन्ने व्यंग दे नाल समझाउंदे ने, जे मुहाका घर मोहें, घर मोहे पितरी दे, अगे वस्त सजाणीए, पितरी चोर करे, पितरी चोर करे। कहंदे मन लो, तुहाडी गल मैं मन लेना कि पितर लोक हुंदे है, और पितरां कोल तुहाडा दिता होया अन्न दाना कपड़ा लीड़ा सब कुछ मिलदा है, पहुँचदा है। तो फिर मैं तुहानूं दस देवां कि जी ये गल सच्ची है। मान लो कोई बंदा चोरी का धंधा करता है,
ठगी का धंधा करता, लोगों को ठग के चोरी करके अपने घर का गुजारा चलाता। संसार से अनेक चोर ठग ने। जो ठग वो चोर ठगे हुए माल विचों अपने पितरां दे निमित्त कोई अन्नदाना, कोई कपड़ा लीड़ा, कोई समान पहुँचाते ने। तां मन लो तुहाडी गल मन लैने आ, ये पहुँच जाता, तां फिर साडे जिहड़े पितर उत्थे बैठे ने, ठग दे जिहड़े पितर है, क्योंकि जिस घरों चोरी की उहदे पितर भी उत्थे होणगे, ठग दे पितर भी उत्थे ने। ठग दे पितरां ने जदों वो खेसी लई जिहड़ी इत्थों भेजी गई, वो खेसी पता ये खेसी किहदे घर दी है, जिहड़े दूजे पितर बैठे ने। वो कहणगे भाई तू चोरी करके लिआया, वो कहूगा मैनूं तां थल्लियों भेजी गई है, ये मैं चोरी नहीं की। वो कहण भाई आ साडी मोहर लगी हुई आ साडे घर दा नां लिखिया होया, आ जिहड़े बर्तन भेजे आ ये नां ते साडे घर दा लिखिया होया, आ गिलास तेरे को आ गया, आ थाली तेरे को आ गई, ये साडे घरों तुहाडे घर दे चोरी करके लिआए। भाव पितरी चोर करे, अपने पितरां नूं चोर बना लओगे। असल 'च गुरु साहब दसना ये चाहुंदे ने कि ना कोई पितर लोक है, ना कोई पितर लोक विच कोई चीज़ पहुँचती है। असल विच गुरबाणी विच सतगुरु जी सानू ये दस रहे हैं कि जेकर ये जे मुहाका घर मोह है, घर मोह पितरी दे, अगे वस सियाणी है, पितरी चोर करे, वड्डिए हथ दलाल कै, मुसफी ए करे, नानक अगे सो मिले, जे खट्टै घालै दे। कहिंदे भी जे सचमुच पहुँचते फिर दलाल जिहड़े पंडित वो जिन्हां राही जिहड़े एजेंट बनते हैं, जिहड़े विचोले बनते हैं कि तुहाडा समान असीं पहुँचा दांगे तुहाडे पितरां तक, फिर वो भी विचोलियां दे हथ वड्डे जाणगे, क्योंकि वो गलत धंधा कर रहे हैं कि चोरी का माल इत्थों कीता होया अगे पितर लोक विच पहुँचा रहे हैं। फिर वड्डिए हथ दलाल के, वो दलाल दे वो पंडित होवे, क्योंकि असल 'च की है ना, असीं हर चीज़ के अखरी अर्थ लैने आ। इत्थे पंडित लिखिया तो सानू समझना चाहिए उस वेले पंडित सी, अज साडे वर्गे गोल पग्गां वाले, खुलियां दाड़ियां वाले, गातरे किरपानां वाले, असीं अज सराध असीं छकदे आ। फिर जे पितरी चोर करे जां वड्डिए हथ दलाल के, दलाल असीं आ जिहड़े हलवा पूरे छकदे आ, कड़ा ते खीर छकदे आ, असीं जिहड़े अरदासां करदे आ कि तुहाडे पितरां नूं इह माल असीं पहुँचा रहे हैं। फिर भाई पंडित की जगह उत्थे साडे सो काल्ड ज्ञानियां दा नां आउणा, गुस्सा नहीं करना, क्योंकि जे उन्हां वाला काम दलाली दा असीं करांगे तां फिर भाई उन्हां दे इल्जाम, उन्हां दी सज़ा भी, हथ भी वढाउणे सानू पैणे आ। नानक अगे सो मिले जे खट्टे काले दे। जो जीवन विच जो असीं कमाई कर लई, जो शुभ गुणां नूं धारण कर लिया, यही सब कुछ राज पूंजी है। ये इवें ही समझ लो कि एक बंदा अपने इम्तिहान विच बैठा 3 घंटे पेपर लिखदा है, तो वो जिहड़ा पेपर लिखदा है वैल्यूएशन मार्किंग उहदी लिखे होए दी होनी है। वो पेपर जमा करके आ जावे तो घर दे विच कोई उहदे लई होर पढ़ी जावे, लिखी जावे, भर के भरी जावे, भाई उहदे नंबरां विच वाध घाट नहीं होनी। पेपर 3 घंटे दिता, लिखिया, जमा हो गया। इवें असी अपने जीवन दे विच, जीवन के सफ़र दे विच जिहो जी एक्टिविटीज़, जिहो जे कारज कीते ने, उसका फल सानू मिलना, उही जी साडी शख्सियत बननी है, उही तुहाडी रास पूंजी है। क्योंकि आपां एक जगह दूजी जगह जाने आ, समान नूं लिजाण लई तुहानू ट्रक, गड्डी, हवाई जहाज चाहीदा, पर जिहड़े तुहाडे गुण ने वो तुहाडे कोल ही रहिंदे आ। गुणां नूं पैक करना भी नहीं पैंदा, गुणां नूं कोई चुरा भी नहीं सकदा। तुहाडा जिहड़ी शख्सियत है, तुहाडा जिहड़ा तसीर है, वो तसीर तुहाडे गुणां नाल बनदी है। तस्वीर नूं तां लिजाणा पैंदा, शरीर नूं लिजाणा पैंदा, पर तसीर तुहाडे नाल चल जांदी है, तुहाडे गुण तुहाडे नाल चल जांदे ने। ते इत्थे गुरमत दे विच गुणां दा विधान है, होर कोई फिजिकल चीज़
ਉੱਪਰ ਪੁੱਜਦੀ ਹੈ। ਇਹ ਸਤਿਗੁਰੂ ਨੇ ਆਊਟਰਾਈਟਲੀ ਜੜ ਤੋਂ ਇਸ ਨੂੰ ਹਰ ਤਰੀਕੇ ਨਾਲ ਰੱਦ ਕੀਤਾ। ਆਓ ਅਸੀਂ ਹੁਣ ਸੂਰਜ ਪ੍ਰਕਾਸ਼ ਦੇ ਕਰਤਾ ਦੀ ਗੱਲ ਕਰਦੇ ਹਾਂ। ਇਹ ਸਾਨੂੰ ਕਿਵੇਂ ਘੁੰਮਣ ਘੇਰੀ ਵਿੱਚ ਪਾ ਰਿਹਾ। ਇਹ ਸੂਰਜ ਪ੍ਰਕਾਸ਼ ਦਾ ਜਿਹੜਾ ਕਰਤਾ ਹੈ, ਇਹ ਸਿੱਖੀ ਨੂੰ ਖਤਮ ਕਰਨ ਲਈ ਕੀ ਕੀ ਉਪਰਾਲੇ ਕਰ ਰਿਹਾ। ਆਓ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਇਹ ਸਾਰਾ ਕੁਝ ਕਿਉਂ ਕਰ ਰਿਹਾ। ਇਹ ਚੀਜ਼ ਨੂੰ ਅਸੀਂ ਸਮਝਦੇ ਹਾਂ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਚਾਰ ਫੇਰੀ ਕਰਕੇ ਵਾਪਸ ਪਿੰਡ ਆਏ ਤਾਂ ਕੀ ਹੋਇਆ, ਬਾਬਾ ਕਾਲੂ ਜੀ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਕਿ ਭਾਈ ਪਿਤਰਾਂ ਦਾ ਸਰਾਧ ਹੈ, ਇਸ ਦਿਨ ਅਸੀਂ ਸਰਾਧ ਕਰਾਉਣੇ ਹੁੰਦੇ ਹਾਂ, ਸਮਾਨ ਅੱਜ ਲੈਣ ਦਾ, ਕੱਲ੍ਹ ਸਰਾਧ ਕਰਾਂਗੇ। ਬਾਬਾ ਕਾਲੂ ਨੇ ਸਾਰੀ ਸਮੱਗਰੀ ਮੰਗਵਾਈ ਅਤੇ ਸ਼ਰਾਧ ਕਰਨ ਦੀ ਰੀਤੀ ਬਣਵਾਈ। ਬ੍ਰਾਹਮਣਾਂ ਵਾਸਤੇ ਭੋਜਨ ਤਿਆਰ ਕਰਵਾਇਆ। ਘਰ ਵਿੱਚ ਬੜੀ ਭੀੜ ਲੱਗੀ ਹੋਈ ਸੀ, ਘਰ ਵਿੱਚ ਬਹੁਤ ਭੀੜ ਲੱਗੀ ਹੋਈ ਸੀ। ਤਾਂ ਫਿਰ ਕੀ ਹੈ, ਗੁਰੂ ਪਾਤਸ਼ਾਹ ਨੇ ਦੇਖਿਆ ਅਤੇ ਗੁਰੂ ਪਾਤਸ਼ਾਹ ਨੇ ਕੀ ਕਿਹਾ, ਗੁਰੂ ਪਾਤਸ਼ਾਹ ਨੇ ਕਿਹਾ ਜਿਹੜੇ ਪਿੱਤਰ ਨੇ ਕਿਸੇ ਸ਼ਰਾਧ ਦੀ ਉਡੀਕ ਨਹੀਂ ਕਰਦੇ, ਉਹ ਸਦਾ ਬੜੇ ਸੁਖੀ ਰਹਿੰਦੇ ਹਨ। ਜਿਨ੍ਹਾਂ ਦੇ ਪਿੱਤਰ ਭੋਜਨ ਜਲ ਚਾਹੁੰਦੇ ਹਨ, ਉਹਨਾਂ ਨੂੰ ਸ਼ਰਾਧ ਕਰਨੇ ਚਾਹੀਦੇ ਹਨ। ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੇ ਸਾਡੇ ਪਿੱਤਰ ਸੀ, ਉਹ ਜਿਸ ਜਗ੍ਹਾ ਰਹਿੰਦੇ ਨੇ ਉੱਥੇ ਨਾ ਜਲ ਦੀ ਤੰਗੀ ਹੈ, ਨਾ ਖਾਣੇ ਦੀ ਤੰਗੀ ਹੈ। ਸ਼ਰਾਧ ਕਰਨੇ ਉਹਨਾਂ ਨੂੰ ਯੋਗ ਹਨ, ਉਹਨਾਂ ਲਈ ਜ਼ਰੂਰੀ ਹਨ ਜਿਹੜੇ ਲੋਕ ਜਿਨ੍ਹਾਂ ਦੇ ਪਿੱਤਰ ਲੋਕ ਵਿੱਚ ਬੈਠੇ ਹਨ, ਜਿਹੜੇ ਨਰਕ ਵਿੱਚ ਬੈਠੇ ਹਨ, ਜਿਹੜੇ ਸੱਚਖੰਡ ਪਹੁੰਚ ਗਏ, ਸਵਰਗ ਪਹੁੰਚ ਗਏ, ਉਹਨਾਂ ਨੂੰ ਸ਼ਰਾਧ ਕਰਨੇ ਜ਼ਰੂਰੀ ਨਹੀਂ ਹਨ। ਅੱਗੋਂ ਗੁਰੂ ਜੀ ਕਹਿੰਦੇ ਹਨ, ਅੱਗੇ ਕੀ ਹੈ, ਉਹ ਕਿਸੇ ਸ਼ਰਾਧ ਦੀ ਉਡੀਕ ਨਹੀਂ ਕਰਦੇ ਹਨ। ਠੀਕ ਹੈ, ਉਹ ਬੜੇ ਸੁਖੀ ਰਹਿੰਦੇ ਹਨ। ਅੱਗੇ ਕੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਜਿਹੜੇ ਜਿਨ੍ਹਾਂ ਦੇ ਮਨ ਵਿੱਚ ਕੋਈ ਅਭਿਲਾਸ਼ਾ ਨਹੀਂ, ਉਹਨਾਂ ਦੀ ਸੰਤਾਨ ਉਹਨਾਂ ਪ੍ਰਤੀ ਸ਼ਰਾਧ ਕਿਉਂ ਕਰੇ। ਭਾਵ ਸਾਡੇ ਪਿੱਤਰ ਜਿਹੜੇ ਆ ਉਹ ਤਾਂ ਉੱਥੇ ਪਹੁੰਚ ਗਏ ਸਵਰਗ ਲੋਕ ਵਿੱਚ, ਹੁਣ ਸਾਰੇ ਬ੍ਰਾਹਮਣਾਂ ਨੂੰ ਭੋਜਨ ਖਵਾਓ ਅਤੇ ਸ਼ਰਾਧ ਕਰਨ ਦਾ ਵਿਵਹਾਰ ਛੱਡ ਦੇਵੋ। ਭਾਵ ਗੁਰੂ ਸਾਹਿਬ ਨੇ ਇੱਕ ਇਹ ਵੀ ਦੱਸ ਦਿੱਤਾ ਕਿ ਸਾਡੇ ਪਿੱਤਰ ਜਿਹੜੇ ਆ ਉਹ ਤਾਂ ਸਵਰਗ 'ਤੇ ਪਹੁੰਚ ਗਏ, ਪਰ ਹੁਣ ਤੁਸੀਂ ਸ਼ਰਾਧ ਕਰ ਲਓ, ਫਿਰ ਵੀ ਸ਼ਰਾਧ ਕਰ ਲਓ। ਚਾਹੀਦਾ ਤਾਂ ਇਹ ਸੀ ਕਿ ਭਾਈ ਸ਼ਰਾਧਾਂ ਦੀ ਕੋਈ ਲੋੜ ਨਹੀਂ। ਹਾਲਾਂਕਿ ਗੁਰੂ ਸਾਹਿਬ ਉੱਥੇ ਹੀ ਸੀ ਜਦੋਂ ਗੁਰੂ ਸਾਹਿਬ ਦੇ ਪਿਤਾ ਜੀ ਨੇ ਰਾਸ਼ਨ ਲਿਆਂਦਾ, ਘਰ ਵਿੱਚ ਕੋਈ ਗੱਲ ਹੋਈ ਹੋਏਗੀ, ਪਰ ਕਿਉਂਕਿ ਇਹ ਲਿਖਾਰੀ ਇਹ ਮੋਹਰ ਲਵਾਉਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਕਿਹਾ ਵੀ ਸ਼ਰਾਧ ਕਰ ਲਓ। ਬਾਬੇ ਕਾਲੂ ਨੇ ਕਿਹਾ, ਹੁਣ ਗੁਰੂ ਸਾਹਿਬ ਨੇ ਪਿਤਾ ਜੀ ਨੇ ਕੀ ਸਵਾਲ ਕੀਤਾ, ਅੱਖਾਂ ਨਾਲ ਵੇਖੇ ਬਗੈਰ ਮੈਨੂੰ ਬਿਲਕੁਲ ਪ੍ਰਤੀਤ ਨਹੀਂ ਹੁੰਦੀ ਇਸ ਪ੍ਰਕਾਰ ਦਾ ਗਿਆਨ ਜੋ ਸੁਣਾਉਂਦੇ ਹੋ। ਜਿੱਥੇ ਮੇਰੇ ਪਿੱਤਰ ਹਨ ਉਹ ਥਾਂ ਵਿਖਾਵੋ। ਸੋ ਸਵਾਲ ਕਰ ਦਿੱਤਾ ਪਿਤਾ ਜੀ ਨੇ ਕਿ ਮੈਂ ਕਿੱਦਾਂ ਮੰਨਾਂ ਤੇਰੀ ਗੱਲ। ਭਾਵ ਇੱਥੇ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਉਹਨਾਂ ਦੇ ਪਿਤਾ ਜੀ ਨੇ ਨਹੀਂ ਮੰਨੀ। ਅੱਖੀਂ ਵੇਖ ਕੇ ਮੈਨੂੰ ਭਰੋਸਾ ਆ ਜਾਵੇਗਾ ਜੋ ਤੂੰ ਕਹਿੰਦਾ ਹੈ, ਬਾਅਦ ਵਿੱਚ ਮੈਂ ਉਸ ਤਰ੍ਹਾਂ ਹੀ ਕਰਾਂਗਾ। ਇਹ ਸੁਣ ਕੇ ਕਿਰਪਾ ਨਿਧਾਨ ਗੁਰੂ ਜੀ ਬੋਲੇ, ਜੇ ਤੁਸੀਂ ਉਹ ਸਥਾਨ ਵੇਖਣਾ ਚਾਹੁੰਦੇ ਹੋ ਤਾਂ ਫਿਰ ਸੁਣੋ ਕੀ ਕਰੋ। ਹੁਣ ਦੋਵੇਂ ਅੱਖਾਂ ਬੰਦ ਕਰ ਲਵੋ ਅਤੇ ਆਪਣੇ ਸਾਰੇ ਪਿੱਤਰ ਵੇਖ ਲਵੋ। ਲਓ ਜੀ, ਨਿਸ਼ਚਾ ਕਰਕੇ ਵਚਨ ਮਨ ਵਿੱਚ ਮੰਨ ਲਿਆ ਅਤੇ ਅੱਖਾਂ ਮੀਟ ਕੇ ਸੁੰਦਰ ਰਚਨਾ ਵੇਖੀ। ਸਾਰੀ ਕਹਾਣੀ ਸੁਣਦੇ ਜਾਓ, ਫਿਰ ਆਪਾਂ ਵਿਸ਼ਲੇਸ਼ਣ ਕਰਾਂਗੇ। ਵੈਕੁੰਠ ਵਿੱਚ ਮਤਲਬ ਸਵਰਗ ਵਿੱਚ, ਜਿੱਥੇ ਸਾਰੇ ਭਗਤ ਵਸਦੇ ਹਨ, ਜਿੱਥੇ ਸੋਨੇ ਅਤੇ ਹੀਰਿਆਂ ਦੇ ਸੁੰਦਰ ਮਕਾਨ ਬਣੇ ਹਨ, ਉੱਥੇ ਜਾ ਕੇ ਸਾਰੇ ਪਿੱਤਰ ਵੇਖੇ। ਬਾਬਾ ਕਾਲੂ ਜੀ ਨੂੰ ਵੇਖ ਕੇ ਸਾਰੇ ਪਿੱਤਰ ਇਕੱਠੇ ਹੀ ਉੱਠ ਖਲੋਤੇ। ਲਓ ਜੀ, ਬਾਬਾ ਕਾਲੂ ਜੀ ਜ਼ਿਆਦਾ ਤੋਂ ਜ਼ਿਆਦਾ ਆਪਣੇ ਬਾਬੇ ਪਿਤਾ ਜੀ ਨੂੰ ਜਾਣਦੇ ਹੋਣਗੇ ਜਾਂ ਬਾਬਾ ਜੀ ਪਛਾਣਦੇ ਹੋਣਗੇ ਕਿ ਮਹਿਤਾ ਕਾਲੂ ਹੈ। ਸਾਰੇ ਪਿੱਤਰ ਕੋਈ ਲਿਸਟ ਨਹੀਂ ਦੱਸੀ। ਹੁਣ ਪਿੱਤਰ ਜਦੋਂ ਤੋਂ ਅਸੀਂ ਮਨੁੱਖ ਬਣੇ ਆ ਉਸ ਸਮੇਂ ਤੋਂ ਇਹਨਾਂ ਦੇ ਪਿੱਤਰ ਹੋਣਗੇ ਨਾ। ਸਾਰੇ ਖੜੇ ਹੋ ਗਏ, ਪਛਾਣ ਲਿਆ ਵੀ ਇਹ ਸਾਡਾ ਘਰ ਦਾ ਬੰਦਾ ਆ ਗਿਆ। ਭਾਵ ਕਹਾਣੀ ਬਣਾਉਣੀ ਹੈ ਨਾ,
ਗਾਪੀ ਮਾਰਨੀ ਆ ਜਿੱਦਣ ਮਰਜੀ। ਔਰ ਇੱਕ ਸ਼ੈਤਾਨੀ ਇਹ ਹੈ ਕਿ ਹਰ ਗੱਲ ਨੂੰ ਅਥੋਰਾਈਜ਼ ਕਰਦਾ ਹੈ, ਉਹਦੀ ਅਥੈਂਟਿਸਿਟੀ ਸਿੱਧ ਕਰਨ ਲਈ ਉਹ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਵਿੱਚੋਂ ਕਢਵਾ ਰਿਹਾ। ਉੱਠ ਕੇ ਖਲੋਤੇ, ਉਹਨਾਂ ਬਾਬਾ ਕਾਲੂ ਜੀ ਦਾ ਬਹੁਤ ਸਨਮਾਨ ਕੀਤਾ, ਕੋਮਲ ਮਿੱਠੇ ਵਚਨ ਉਹਨਾਂ ਦੇ ਮੁਖ ਤੋਂ ਕਹੇ, ਧੰਨ ਧੰਨ ਤੁਹਾਡੀ ਕਰਨੀ ਜਿਨ੍ਹਾਂ ਦੇ ਘਰ ਵਿੱਚ ਅਜਿਹਾ ਸ੍ਰੇਸ਼ਟ ਪੁੱਤਰ ਪੈਦਾ ਹੋਇਆ ਹੈ। ਸਾਰੇ ਪਿੱਤਰਾਂ ਦਾ ਉਸ ਉਧਾਰ ਕੀਤਾ ਹੈ ਅਤੇ ਸਾਰਿਆਂ ਨੂੰ ਪ੍ਰਭੂ ਦੇ ਦਰਬਾਰ ਵਿੱਚ ਭੇਜਿਆ ਹੈ। ਬਾਬਾ ਕਾਲੂ ਜੀ ਨੇ ਕਿਹਾ, ਕਿੰਨਾ ਸਮਾਂ ਹੋ ਗਿਆ ਹੈ ਜਦ ਤੋਂ ਤੁਸੀਂ ਵੱਡਾ ਆਨੰਦ ਪ੍ਰਾਪਤ ਕੀਤਾ ਹੈ। ਹੁਣ ਮਹਿਤਾ ਕਾਲੂ ਜੀ ਨੇ ਸਵਾਲ ਕੀਤਾ ਵੀ ਤੁਸੀਂ ਸਵਰਗ ਲੋਕ 'ਚ ਕਦੋਂ ਕਦੇ ਆਏ ਹੋ? ਹੁਣ ਸੁਣੋ ਇਹਦਾ ਉੱਤਰ ਸੁਣੋ। ਤੁਸੀਂ ਹਰੀ ਦੇ ਲੋਕਾਂ ਵਿੱਚ ਆ ਕੇ ਵਸੇ ਹੋ, ਜਦ ਤੋਂ ਤੁਹਾਡੇ ਮਨ ਦਾ ਮਾਣ, ਮੋਹ ਅਤੇ ਸੋਗ ਮਿਟ ਗਿਆ ਹੈ। ਪਿੱਤਰਾਂ ਨੇ ਕਿਹਾ, ਹੇ ਕਾਲੂ ਸੁਣ, ਜਦ ਤੋਂ ਤੁਹਾਡੇ ਘਰ ਸ਼੍ਰੀ ਏਕੰਕਾਰ ਨੇ ਅਵਤਾਰ ਧਾਰਨ, ਜਦ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜਨਮ ਲਿਆ ਹੈ, ਅਵਤਾਰ ਧਾਰਨ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਇੱਥੇ ਰੱਬ ਪਿੱਤਰਾਂ ਦੇ ਮੂੰਹੋਂ ਬਣਵਾ ਰਿਹਾ। ਇਹ ਲਿਖਾਰੀ ਮਤਲਬ ਇਹਦਾ ਮੇਨ ਮਕਸਦ ਹੈ ਕਿ ਗੁਰੂ ਨਾਨਕ ਨੇ ਜੋ ਪਹਿਲੀ ਗੱਲ ਕਹੀ ਸੀ ਕਿ ਰੱਬ ਕਦੀ ਅਵਤਾਰ ਨਹੀਂ ਧਾਰਦਾ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਇਹ ਵਾਰ-ਵਾਰ ਸਾਨੂੰ ਉੱਥੇ ਲਿਜਾ ਰਿਹਾ ਕਿ ਗੁਰੂ ਨਾਨਕ ਹੀ ਰੱਬ ਸੀ ਔਰ ਉਹ ਜੂਨ ਵਿੱਚ ਆਇਆ, ਗਰਭ ਜੂਨ, ਆਪਣੀ ਮਾਤਾ ਦੇ ਪੇਟ ਵਿੱਚੋਂ ਜਨਮ ਲਿਆ ਰੱਬ ਨੇ। ਠੀਕ ਹੈ। ਤੇ ਉਸ ਸਮੇਂ ਤੋਂ ਇਸ ਥਾਂ ਆ ਕੇ ਵਸ ਗਏ ਹਾਂ। ਕਦੇ ਨਾ ਘਟਣ ਵਾਲੀ ਪਦਵੀ ਪਾਈ ਹੈ ਅਤੇ ਮਹਾਨ ਆਨੰਦ ਵਿੱਚ ਰਹਿ ਰਹੇ ਹਾਂ। ਹੇ ਵੱਡੇ ਭਾਗਾਂ ਵਾਲੇ, ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੋ, ਪ੍ਰੇਮ ਨਾਲ ਉਸ ਨੂੰ ਹਰੀ ਸਮਝੋ, ਰੱਬ ਸਮਝੋ। ਆਪਣੇ ਸਾਰੇ ਪਿੱਤਰਾਂ ਨੂੰ ਸੁਖੀ ਵੇਖ ਕੇ ਅਤੇ ਉਹਨਾਂ ਦੇ ਵਚਨ ਸੁਣ ਕੇ ਬਾਬਾ ਕਾਲੂ ਜੀ ਆਪਣੇ ਦਿਲ ਵਿੱਚ ਬਹੁਤ ਖੁਸ਼ ਹੋਇਆ। ਛੱਡਣ ਨੂੰ ਜੀ ਨਹੀਂ ਸੀ ਕਰਦਾ, ਮੈਂ ਵੀ ਇੱਥੇ ਰਹਾਂ। ਲਓ ਜੀ, ਬਾਬਾ ਕਾਲੂ ਜੀ ਕਹਿਣ ਲੱਗੇ ਵੀ ਭਾਈ ਆਹ ਤਾਂ ਬੜਾ ਆਨੰਦ ਵਾਲੀ ਜਗ੍ਹਾ, ਐਵੇਂ ਥੱਲੇ ਕੰਮ ਕਾਰ ਕਰਨਾ ਪੈਂਦਾ, ਆਹ ਸਵਰਗ 'ਚ ਮੌਜਾਂ, ਮਤਲਬ ਸਵਰਗ ਲੋਕ ਵੀ ਬਣਾ ਦਿੱਤਾ। ਇਹ ਲਿਖਾਰੀ ਨੇ ਇਸ ਕਹਾਣੀ ਦੇ ਵਿੱਚ ਇੱਕ ਤਾਂ ਗੱਲ ਇਹ ਸਿੱਧ ਕਰ ਦਿੱਤੀ ਕਿ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਪਿੱਤਰ ਲੋਕ ਕੋਈ ਹੁੰਦੇ ਨਹੀਂ। ਦੂਜੀ ਗੱਲ ਕਹਿੰਦੇ ਜਦ ਹੁੰਦੇ ਹੀ ਨਹੀਂ ਤਾਂ ਉੱਥੇ ਅੰਨ ਦਾਣਾ ਕਿੱਦਾਂ ਪਹੁੰਚਣਾ? ਠੀਕ ਹੈ। ਗੁਰਬਾਣੀ ਕਹਿੰਦੀ ਸਵਰਗ ਨਰਕ ਦੀ ਸਾਨੂੰ ਪਰਵਾਹ ਕੋਈ ਨਹੀਂ, ਅਸੀਂ ਨਹੀਂ ਮੰਨਦੇ ਸਵਰਗ ਨਰਕ ਨੂੰ। ਪਰ ਇਹਦੇ ਵਿੱਚ ਇਹ ਵੀ ਲਿਖਤਾ ਕਿ ਪਿੱਤਰ ਉਹ ਸਵਰਗ ਵਿੱਚ ਗਏ ਤਾਂ ਉੱਥੇ ਆਨੰਦ ਬੜਾ। ਮਹਿਤਾ ਕਾਲੂ ਦਾ ਉੱਥੋਂ ਆਉਣ ਨੂੰ ਜੀ ਨਹੀਂ ਕਰਦਾ ਸੀ। ਮੈਂ ਵੀ ਇੱਥੇ ਰਹਾਂ, ਆਪਣੇ ਹਿਰਦੇ ਵਿੱਚ ਵਿਚਾਰ ਰਿਹਾ ਸੀ। ਮਹਿਤਾ ਕਾਲੂ ਐਵੇਂ ਸੋਚ ਰਿਹਾ ਸੀ। ਜਗਤ ਦੇ ਨਾਥ ਭਾਵ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਬੜਾ ਆਨੰਦ ਵਿਖਾਇਆ। ਫਿਰ ਉਹਨਾਂ ਬਾਬਾ ਕਾਲੂ ਜੀ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ। ਉਸੇ ਵੇਲੇ ਉਹਨਾਂ ਦੀਆਂ ਅੱਖਾਂ ਖੁਲਵਾਈਆਂ ਅਤੇ ਆਪਣੇ ਮੁਖ ਤੋਂ ਇਹ ਵਚਨ ਕਹੇ, ਤੁਸੀਂ ਆਪਣੇ ਪਿੱਤਰ ਵੇਖੇ ਹਨ ਕਿ ਨਹੀਂ? ਉਸ ਬਾਰੇ ਮੈਨੂੰ ਸਾਰਾ ਹਾਲ ਦੱਸੋ। ਇਹ ਗੁਰੂ ਨਾਨਕ ਪਾਤਸ਼ਾਹ ਇੱਥੇ ਪਿੱਤਰ ਲੋਕ ਨੂੰ ਮੰਨਦੇ ਹਨ ਕਿ ਇਹਨਾਂ ਦੇ ਸਾਰੇ ਪਿੱਤਰ ਜਿਹੜੇ ਉਹ ਸਵਰਗ 'ਤੇ ਪਹੁੰਚ ਗਏ, ਅਤੇ ਜਿਨ੍ਹਾਂ ਦੇ ਸਵਰਗ 'ਚ ਨਹੀਂ ਪਹੁੰਚੇ ਉਹਨਾਂ ਨੂੰ ਸਰਾਧ ਕਰਨੇ ਜ਼ਰੂਰੀ ਹਨ। ਅਤੇ ਉਹ ਜਿਹੜੇ ਸਰਾਧ ਕਰਦੇ ਨੇ ਉਹਨਾਂ ਦੇ ਪਿੱਤਰਾਂ ਨੂੰ ਭੋਜਨ ਮਿਲਦਾ ਹੈ। ਗੁਰਬਾਣੀ ਦੀ ਜੋ ਆਸਾ ਦੀ ਵਾਰ ਵਿੱਚ, ਆਸਾ ਕੀ ਵਾਰ ਵਿੱਚ ਰੋਜ਼ ਪੜ੍ਹਦੇ ਹਾਂ, ਉਹਦੇ ਉੱਤੇ ਕਾਂਟਾ ਫੇਰ ਦਿੱਤਾ ਇਸ ਲਿਖਾਰੀ ਨੇ। ਸਿੱਖ ਇਹ ਗ੍ਰੰਥ ਨੂੰ ਪੜ੍ਹ ਕੇ ਬੜੇ ਆਨੰਦ ਲੈ ਰਹੇ ਨੇ। ਉਹ ਗੁਰਬਾਣੀ ਨੂੰ ਰੱਦ ਕਰ ਰਿਹਾ ਅਤੇ ਕਹਿਣ ਲੱਗੇ ਮੈਂ ਦੇਖੇ ਹਨ। ਮਹਿਤਾ ਕਾਲੂ ਨੇ ਕਿਹਾ ਮੈਂ ਦੇਖੇ ਹਨ, ਉੱਥੇ ਵਸਦੇ ਹਨ ਜਿੱਥੇ ਬਹੁਤ ਆਨੰਦ ਹੈ। ਹੁਣ ਕਿਰਪਾ ਕਰਕੇ ਮੈਨੂੰ ਵੀ ਉਸ ਥਾਂ ਪਹੁੰਚਾ ਦੇਵੋ। ਤੁਸੀਂ ਕਿਰਪਾ ਨਿਦਾਨ ਹੋ। ਮਹਿਤਾ ਕਾਲੂ ਮੈਨੂੰ ਵੀ ਉੱਥੇ ਪਹੁੰਚਾ ਦਿਓ। ਮਲ ਮੂਤਰ ਦੀ ਦੇਹ ਛੱਡ ਕੇ ਮੈਂ ਵੀ ਉੱਥੇ ਪਹੁੰਚਾਂ, ਮੇਰੀ ਇਹੀ ਚਾਹ ਹੈ। ਗੁਰੂ ਜੀ ਨੇ ਕਿਹਾ, ਪਿਤਾ ਜੀ ਸੁਣੋ, ਤੁਸੀਂ ਸਾਰੀ ਉਮਰ ਬਿਤਾਈ ਹੈ, ਕੁਝ ਦਿਨਾਂ ਵਿੱਚ ਉੱਥੇ ਜਾ ਪਹੁੰਚੋਗੇ, ਕੁਝ ਦਿਨਾਂ ਵਿੱਚ ਤੁਸੀਂ ਮਰਨ ਵਾਲੇ ਹੋ। ਇਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਵਿੱਚੋਂ ਗੱਲ ਕਢਵਾ ਦਿੱਤੀ। ਹੁਣ ਹੋਰ ਸੁਣੋ। ਸਰਾਧ ਦੀ ਆਗਿਆ ਦੇ ਦਿੱਤੀ।
ਹੁਣ ਉੱਠ ਕੇ ਸਾਰਿਆਂ ਨੂੰ ਭੋਜਨ ਖਵਾਓ। ਲਓ ਜੀ, ਹੁਣ ਕਿਹੜਾ ਸਿੱਖ ਕਹੂ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਰਾਧ ਨਹੀਂ ਕੀਤਾ। ਆਪਣੇ ਪਿਤਾ ਜੀ ਨੂੰ ਕਹਿ ਰਹੇ ਨੇ ਹੁਣ ਉੱਠ ਕੇ ਸਾਰਿਆਂ ਨੂੰ ਭੋਜਨ ਖਵਾਓ, ਫਿਰ ਬੈਠ ਕੇ ਹਰੀ ਦੇ ਗੁਣ ਗਾਓ। ਬਾਬੇ ਕਾਲੂ ਜੀ ਨੇ ਵਚਨ ਮੰਨ ਕੇ ਉੱਠ ਕੇ ਸਾਰਿਆਂ ਨੂੰ ਭੋਜਨ ਦਿੱਤਾ। ਜਿੰਨੇ ਲੋਕ ਉੱਥੇ ਆਏ ਸਨ ਸਾਰਿਆਂ ਨੂੰ ਭੋਜਨ ਖਵਾਇਆ। ਔਰ ਕੁਝ ਦਿਨਾਂ ਬਾਅਦ ਮਹਿਤਾ ਕਾਲੂ ਵੀ ਚੜ੍ਹਾਈ ਕਰ ਗਏ, ਉਹ ਵੀ ਉੱਥੇ ਹੀ ਪਿੱਤਰ ਲੋਕ ਵਿੱਚ ਪਹੁੰਚ ਗਏ। ਅੱਗੇ ਇਹ ਲਿਖਿਆ ਹੋਇਆ। ਤੇ ਹੁਣ ਆਓ ਅਸੀਂ ਅੱਗੇ ਚੱਲਦੇ ਹਾਂ। ਅੱਗੇ ਕੀ ਹੈ ਕਿ ਅੱਗੇ ਅਸੀਂ ਦੇਖਦੇ ਹਾਂ ਕਿ ਅੱਗੇ ਸਤਿਗੁਰੂ ਜੀ ਕੀ ਕਹਿੰਦੇ ਨੇ। ਅੱਗੇ ਪਿੱਤਰ ਲੋਕ ਵਿੱਚ ਆਪਣੇ ਪਿਤਾ ਜੀ ਨੂੰ ਪਹੁੰਚਾ ਦਿੱਤਾ। ਤੇ ਅੱਗੇ ਗੁਰੂ ਸਾਹਿਬ ਜੀ ਅਗਲਾ ਪ੍ਰਸੰਗ ਸ਼ੁਰੂ ਹੁੰਦਾ ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਆ। ਜਦੋਂ ਜੋਤੀ ਜੋਤ ਸਮਾਉਣ ਲੱਗੇ ਆ ਉਸ ਵੇਲੇ ਜਿਹੜੀ ਇਹਨਾਂ ਦੀ ਸੁਪਤਨੀ ਸੀ ਗੁਰੂ ਸਾਹਿਬ ਦੀ, ਉਹ ਸੁਪਤਨੀ ਨੇ ਕਿਹਾ ਕਿ ਭਈ ਤੁਸੀਂ ਹੁਣ ਅੱਜ ਜਾ ਰਹੇ ਹੋ ਤੇ ਇੱਕ ਦਿਨ ਹੋਰ ਰੁਕ ਜਾਂਦੇ, ਕੱਲ੍ਹ ਨੂੰ ਤੁਹਾਡੇ ਪਿਤਾ ਜੀ ਦਾ ਸਰਾਧ ਹੈ। ਕੱਲ੍ਹ ਨੂੰ ਤੁਹਾਡੇ ਪਿਤਾ ਜੀ ਦਾ ਸਰਾਧ ਹੈ, ਸਰਾਧ ਕਰਕੇ ਜਾਓ। ਹੁਣ ਇੰਨੇ ਦਿਨ ਰੁਕੇ ਆ, ਇੱਕ ਦਿਨ ਹੋਰ ਰੁਕ ਜਾਓ, ਸਭ ਕੁਝ ਤਾਂ ਤੁਹਾਡੇ ਵੱਸ ਹੈ। ਤੇ ਆਓ ਉਸ ਸਮੇਂ ਦੀ ਗਾਥਾ, ਕਿਉਂਕਿ ਹੁਣ ਤੁਸੀਂ ਇਸ ਨੂੰ ਤਾਂ ਕਹਿ ਸਕਦੇ ਹੋ ਨਾ ਕਿ ਇੱਥੇ ਗੁਰੂ ਸਾਹਿਬ ਨੇ ਇਸ ਲਈ ਅਲਾਓ ਕਰ ਦਿੱਤਾ ਕਿ ਗੁਰੂ ਸਾਹਿਬ ਉਹਨਾਂ ਦੇ ਪਿਤਾ ਜੀ ਨੇ ਸਾਰੀ ਰਸਤ ਲਿਆਂਦੀ ਹੋਈ ਸੀ ਤੇ ਉਹ ਕਿਵੇਂ ਮਨਾ ਕਰ ਦਿੰਦੇ। ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹ ਕਵੀ ਇਹ ਸਰਾਧ ਪਰਮਾਨੈਂਟ ਸਾਡੇ ਉੱਤੇ ਕਿਵੇਂ ਠੋਸਦਾ ਹੈ। ਪਹਿਲੇ ਕਹਾਣੀ ਵਿੱਚ ਅਸੀਂ ਸਮਝ ਲਿਆ ਕਿ ਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਮੰਨ ਲਿਆ, ਗੁਰੂ ਨਾਨਕ ਪਾਤਸ਼ਾਹ ਨੇ, ਕਿ ਪਿੱਤਰ ਲੋਕ ਹੁੰਦੇ ਹਨ। ਉਹਨਾਂ ਦੇ ਪਿੱਤਰ ਉੱਥੇ ਜਾਂਦੇ ਨੇ ਜਿਨ੍ਹਾਂ ਨੇ ਚੰਗੇ ਕੰਮ ਨਹੀਂ ਕੀਤੇ ਹੁੰਦੇ, ਉਹ ਨਰਕ ਭੋਗਦੇ ਨੇ। ਉਹਨਾਂ ਨੂੰ ਤੁਹਾਡਾ ਪਹੁੰਚਾਇਆ ਹੋਇਆ ਰਾਸ਼ਨ ਵੀ ਉੱਥੇ ਪਹੁੰਚਦਾ। ਇਹ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਚੋਂ ਕਵੀ ਨੇ ਕਢਵਾ ਲਿਆ। ਔਰ ਆਸਾ ਕੀ ਵਾਰ ਵਿੱਚ ਲਿਖੀ ਹੋਈ ਗੱਲ ਨੂੰ ਕਾਂਟਾ ਫੇਰ ਦਿੱਤਾ ਕਿ ਪਿੱਤਰ ਲੋਕ ਹੁੰਦੇ ਵੀ ਹਨ ਤੇ ਉੱਥੇ ਰਾਸ਼ਨ ਵੀ ਪਹੁੰਚਦਾ ਹੈ। ਹੋ ਗਿਆ। ਦੂਜੀ ਗੱਲ ਕਿ ਆਪਣੇ ਪਿਤਾ ਨੂੰ ਪਿੱਤਰ ਲੋਕ ਦਿਖਾ ਵੀ ਦਿੱਤਾ, ਅੱਖਾਂ ਬੰਦ ਕਰਕੇ ਇੱਦਾਂ ਕਿਤੇ ਪਹੁੰਚਿਆ ਵੀ ਜਾ ਸਕਦਾ, ਇਹ ਵੀ ਗੱਲ ਦਿਖਾ ਦਿੱਤੀ। ਤੇ ਹੁਣ ਤੁਸੀਂ ਉੱਥੇ ਕਹੋਗੇ ਕਿ ਗੁਰੂ ਸਾਹਿਬ ਨੇ ਰੱਦ ਕੀਤਾ, ਜੋ ਵੀ ਹੈ ਉਹ ਤਾਂ ਪੰਡਤਾਂ ਨੂੰ ਇਸ ਲਈ ਸਿਖਾਇਆ ਸੀ। ਤੇ ਹੁਣ ਇੱਥੇ ਜਿਹੜਾ ਅਸੀਂ ਇਹ ਦੇਖਣਾ ਹੈ ਕਿ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਉਦੋਂ ਕੀ ਆ, ਅਸ਼ਟਮੀ ਦਾ ਜਦ ਸੂਰਜ ਚੜ੍ਹਿਆ ਕਈ ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਗੁਰੂ ਜੀ ਧਰਮਸ਼ਾਲਾ ਤੋਂ ਉੱਠ ਕੇ ਆਪਣੀ ਪਤਨੀ ਸੁਲੱਖਣੀ ਦੇ ਘਰ ਗਏ। ਵਿਧੀ ਅਨੁਸਾਰ ਗੁਰੂ ਜੀ ਸ਼ਰਾਧ ਕਰਾਉਣ ਲੱਗੇ। ਜਿਸ ਪਰਮ ਅਗਾਧ ਇਹ ਸ਼ਰਾਧ ਕਿਉਂ ਕਰਾਉਣ ਲੱਗੇ, ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਜੀ ਸ਼ਰਾਧ ਇਸ ਲਈ ਕਰਾਉਣ ਲੱਗੇ। ਕਹਾਣੀ ਪੂਰੀ ਸਮਝ ਲਈਏ ਕਿ ਜਦੋਂ ਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਮਾਤਾ ਸੁਲੱਖਣੀ ਨੇ ਕਿਹਾ ਕਿ ਕੱਲ੍ਹ ਨੂੰ ਤੁਹਾਡੇ ਪਿਤਾ ਜੀ ਦਾ ਸ਼ਰਾਧ ਹੈ, ਮਹਿਤਾ ਕਾਲੂ ਜੀ ਦਾ, ਤੇ ਸ਼ਰਾਧ ਕਰਾ ਕੇ ਚਲੇ ਜਾਓ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ। ਮਾਤਾ ਸੁਲੱਖਣੀ ਨੂੰ ਕਹਿੰਦੇ ਬਹੁਤ ਚੰਗੀ ਗੱਲ ਕੀਤੀ ਹੈ। ਹੁਣ ਜਿਹੜੇ ਗੁਰੂ ਪਾਤਸ਼ਾਹ ਆਸਾ ਕੀ ਵਾਰ ਵਿੱਚ ਲਿਖ ਰਹੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਰਹੇ ਨੇ ਵੀ ਨਾ ਕੋਈ ਪਿੱਤਰ ਲੋਕ ਹੁੰਦਾ, ਨਾ ਪਿੱਤਰ ਲੋਕ ਵਿੱਚ ਕੋਈ ਭੋਜਨ ਪੁੱਜਦਾ, ਉਹ ਆਪਣੀ ਧਰਮ ਪਤਨੀ ਨੂੰ ਕਹਿ ਰਹੇ ਨੇ ਕਿ ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ। ਹੁਣ ਮੈਂ ਆਪਣੇ ਜੋਤੀ ਜੋਤ ਸਮਾਉਣ ਦੀ ਤਰੀਕ ਜਿਹੜੀ ਹੈ ਉਹ 3 ਦਿਨ ਪੋਸਟਪੋਨ ਕਰਦੇ ਹਾਂ। ਕੱਲ੍ਹ ਨੂੰ ਅਸ਼ਟਮੀ ਹੈ, ਅਸ਼ਟਮੀ ਵਾਲੇ ਦਿਨ ਸ਼ਰਾਧ ਕਰਾਂਗੇ ਤੇ 9ਵੀਂ ਵਾਲਾ ਦਿਨ ਰਹਾਂਗੇ ਤੇ 10ਵੀਂ ਵਾਲੇ ਦਿਨ ਅਸੀਂ ਇਸ ਸੰਸਾਰ ਤੋਂ ਚਲੇ ਜਾਵਾਂਗੇ। ਵਿਧੀ ਅਨੁਸਾਰ ਗੁਰੂ ਜੀ ਸ਼ਰਾਧ ਕਰਾਉਣ ਲੱਗੇ। ਜਿਸ ਪਰਮ ਅਗਾਧ ਗੁਰੂ ਜੀ ਦਾ ਸੰਤ ਸਿਮਰਨ ਕਰਦੇ ਹਨ,
ਜਿਹੜੇ ਉਸ ਦਾ ਨਾਮ ਲੈਂਦੇ ਸਨ ਉਹ ਮੁਕਤ ਹੋ ਜਾਂਦੇ ਸਨ। ਅਜਿਹੇ ਗੁਰੂ ਜੀ ਵਾਸਤੇ ਸ਼ਰਾਧ ਕਰਾਉਣਾ ਕਿਹੜਾ ਕੰਮ ਸੀ? ਫਿਰ ਵੀ ਮਨੁੱਖੀ ਮਰਜ਼ਾਦਾ ਨੂੰ ਲਓ ਸੁਣੋ। ਇਹ ਕਵੀ ਦੋਗਲੀਆਂ ਗੱਲਾਂ ਕਿੱਦਾਂ ਕਰਦਾ? ਉੱਦਾਂ ਗੁਰੂ ਸਾਹਿਬ ਮੰਨਦੇ ਨਹੀਂ ਸੀ, ਪਰ ਮਨੁੱਖੀ ਮਰਜ਼ਾਦਾ ਉਹ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ ਖਤੂਰ ਕੱਢਣ ਆਏ ਸੀ, ਇਹਨਾਂ ਭਰਮ ਭੁਲੇਖਿਆਂ 'ਚੋਂ ਕੱਢਣ ਆਏ ਸੀ। ਇਹ ਕਵੀ ਨੇ ਮੁੜ ਕੇ ਪੱਕੇ ਤੌਰ ਦੇ ਨਾਲ ਪਹਿਲਾਂ ਮਹਿਤਾ ਕਾਲੂ, ਅੱਛਾ ਫਿਰ ਹੋਰ ਸੁਣੋ। ਜਦ ਗੁਰੂ ਜੀ ਨੂੰ ਪਤਾ ਹੈ ਮਹਿਤਾ ਕਾਲੂ ਆਪਣੇ ਬਜ਼ੁਰਗਾਂ ਨੂੰ ਦੇਖ ਕੇ ਉੱਤੇ ਆਇਆ, ਉਸ ਸਵਰਗ ਵਿੱਚ ਬੈਠੇ ਨੇ, ਅਤੇ ਗੁਰੂ ਸਾਹਿਬ ਨੂੰ ਕਿਵੇਂ ਇਹ ਭੁਲੇਖਾ ਪੈ ਗਿਆ ਕਿ ਮਹਿਤਾ ਕਾਲੂ ਜਿਹੜੇ ਆ ਉਹ ਸਵਰਗ ਵਿੱਚ ਨਹੀਂ ਗਏ ਹੋਣਗੇ। ਜਦ ਪੁਰਾਣੇ ਪਿੱਤਰ ਚਲੇ ਗਏ, ਇਹ ਤਾਂ ਗੁਰੂ ਸਾਹਿਬ ਦੇ ਹੱਥੀਂ ਜੋ ਸਵਰਗ ਸਿਧਾਰੇ ਨੇ, ਅਕਾਲ ਚਲਾਣਾ ਕਰਕੇ ਗਏ ਨੇ। ਫਿਰ ਵੀ ਮਰਜ਼ਾਦਾ, ਆਹ ਜਿਹੜੀ ਮਰਜ਼ਾਦਾ ਵਾਲੀ ਗੱਲ ਕੀਤੀ ਹੈ, ਇਹ ਨਿਰਾ ਪੋਇਜ਼ਨ ਹੈ, ਨਿਰੀ ਜ਼ਹਿਰ ਹੈ। ਸਾਨੂੰ ਸਾਰੇ ਪੁਰਾਣੇ ਕਰਮ ਕਾਂਡਾਂ ਲਈ ਦ੍ਰਿੜ ਕਰਨ ਲਈ, ਪੱਕਾ ਕਰਨ ਲਈ ਇਹ ਗ੍ਰੰਥ ਵਿੱਚ ਇਹ ਜ਼ਹਿਰ ਹੈ। ਜੇ ਸਿੱਖੋ ਗੁਰਮੁਖੋ ਇਹ ਜ਼ਹਿਰ ਛਕ ਲਓਗੇ ਤਾਂ ਫਿਰ ਸਿੱਖ ਨਹੀਂ ਰਹਿ ਸਕਦੇ, ਹੋਰ ਕੁਝ ਵੀ ਬਣ ਸਕਦੇ ਹੋ। ਵਿਧੀ ਅਨੁਸਾਰ ਗੁਰੂ ਜੀ ਸ਼ਰਾਧ ਕਰਾਉਣ ਲੱਗੇ, ਵਿਧੀ ਅਨੁਸਾਰ, ਉਹ ਵੀ ਤਰੀਕੇ ਨਾਲ। ਹੁਣ ਜੇ ਪੂਰੀ ਕਹਾਣੀ ਪੜ੍ਹੋਗੇ ਤੁਹਾਨੂੰ ਸਮਝ ਆਏਗੀ। ਗੁਰੂ ਗ੍ਰੰਥ ਸਾਹਿਬ ਦੀ ਲਿਖੀ ਹੋਈ ਬਾਣੀ ਦਾ ਹਰ ਅੰਗ, ਹਰ ਲਾਈਨ ਇੱਥੇ ਕੱਟ ਕੀਤੀ ਗਈ ਹੈ। ਵਿਧੀ ਅਨੁਸਾਰ ਗੁਰੂ ਜੀ ਸ਼ਰਾਧ ਕਰਾਉਣ ਲੱਗੇ। ਜਿਸ ਪਰਮ ਅਗਾਧ ਗੁਰੂ ਜੀ ਦਾ ਸੰਤ ਸਿਮਰਨ ਕਰਦੇ ਸਨ, ਜਿਹੜੇ ਉਸ ਦਾ ਨਾਮ ਲੈਂਦੇ ਸਨ ਉਹ ਮੁਕਤ ਹੋ ਜਾਂਦੇ ਸਨ। ਅਜਿਹੇ ਗੁਰੂ ਜੀ ਵਾਸਤੇ ਸ਼ਰਾਧ ਕਰਾਉਣਾ ਕਿਹੜਾ ਕੰਮ ਸੀ? ਫਿਰ ਵੀ ਮਨੁੱਖੀ ਮਰਜ਼ਾਦਾ ਦੀ ਪਾਲਣਾ ਕਰਨ ਹਿੱਤ ਗੁਰੂ ਜੀ ਇਹ ਲੀਲਾ ਕਰ ਰਹੇ ਸਨ। ਸ਼ਰਾਧ ਦੀ ਜੋ ਵਿਧੀ ਸੀ ਉਹ ਪਾਪਾਂ ਦਾ ਨਾਸ਼ ਕਰਨ ਵਾਲੇ ਨੇ ਭਲੀ ਪ੍ਰਕਾਰ ਕੀਤੀ। ਸਾਰੀ ਸ਼ਰਾਧ ਦੀ ਵਿਧੀ ਭਲੀ ਪ੍ਰਕਾਰ ਕੀਤੀ। ਉੱਠ ਕੇ ਫਿਰ ਲੰਗਰ ਵਿੱਚ ਗਏ, ਸਰਬ ਪ੍ਰਕਾਰ ਦੇ ਭੋਜਨ ਵੇਖੇ, ਥਾਂ ਥਾਂ ਤੋਂ ਮਨੁੱਖ ਭੇਜ ਕੇ ਬੁਲਾਏ, ਆਗਿਆ ਸੁਣ ਕੇ ਸਾਰੇ ਚੱਲ ਕੇ ਆ ਗਏ। ਪੰਡਤ, ਸੰਨਿਆਸੀ, ਬੈਰਾਗੀ, ਜੋਗੀ, ਵੱਡੇ ਭਾਗਾਂ ਵਾਲੇ ਸਾਰੇ ਆਏ, ਹੋਰ ਕਈ ਭੇਖਾਂ ਵਾਲੇ ਵੀ ਆਏ। ਗੁਰੂ ਜੀ ਨੇ ਸਾਰਿਆਂ ਨੂੰ ਪੰਗਤ ਵਿੱਚ ਬਿਠਾ ਦਿੱਤਾ। 4 ਵਰਨ ਹਿੰਦੂ ਉੱਥੇ ਆਏ ਸਨ। ਹਿੰਦੂ ਧਰਮ ਨੂੰ 4 ਵਰਨਾਂ ਵਿੱਚ ਵੰਡਿਆ ਹੋਇਆ ਹੈ, ਬ੍ਰਾਹਮਣ, ਖੱਤਰੀ, ਵੈਸ਼ਯ ਅਤੇ ਸ਼ੂਦਰ। ਹੁਣ ਆਹ ਨੁਕਤਾ ਇੱਥੇ ਹੋਰ ਇੱਕ ਸਾਡੇ ਸਾਰੇ ਦਿਲੋਂ ਦਿਮਾਗ ਵਿੱਚ ਇੱਕ ਕੀਲਾ ਗੱਡਿਆ ਇਸ ਕਵੀ ਨੇ। ਇਹ ਧਿਆਨ ਨਾਲ ਗੱਲ ਸੁਣਨੀ ਹੈ। ਸਾਰਿਆਂ ਨੂੰ ਵੱਖ-ਵੱਖ ਥਾਂ ਬਿਠਾ ਦਿੱਤਾ। ਜਿਹੜੇ 4 ਵਰਨ ਦੇ ਲੋਕ ਆਏ ਸਨ, ਵੱਖ-ਵੱਖ ਥਾਂ ਬਿਠਾ ਦਿੱਤਾ। ਇਹ ਲਿਖਿਆ ਹੋਇਆ ਸੰਗਤ ਤੇ ਪੰਗਤ ਵਾਲੀ ਗੱਲ ਨੂੰ ਇੱਥੇ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਖਤਮ ਕਰ ਦਿੱਤਾ। 4 ਵਰਨ ਦੇ ਲੋਕਾਂ ਨੂੰ ਸਾਰਿਆਂ ਨੂੰ ਵੱਖ-ਵੱਖ ਥਾਂ ਬਿਠਾ ਦਿੱਤਾ। ਪੰਡਤ ਨੂੰ ਅਲੱਗ ਬਿਠਾ ਦਿੱਤਾ, ਖੱਤਰੀ ਨੂੰ ਅਲੱਗ ਬਿਠਾ ਦਿੱਤਾ, ਵੈਸ਼ਯ ਨੂੰ ਅਲੱਗ ਬਿਠਾ ਦਿੱਤਾ, ਸ਼ੂਦਰ ਨੂੰ ਅਲੱਗ ਬਿਠਾ ਦਿੱਤਾ। ਜੇ ਕਿਸੇ ਨੂੰ ਸ਼ੱਕ ਹੋਵੇ, ਪੰਨਾ 651 ਜਿਹੜੀ ਹੈ ਇਹ ਦੂਜੀ ਪੋਥੀ ਹੈ ਨਾਨਕ ਪ੍ਰਕਾਸ਼ ਦੇ, ਜਿਹੜੇ ਅਰਥਾਂ ਸਮੇਤ ਡਾਕਟਰ ਅਜੀਤ ਸਿੰਘ ਔਲਖ ਨੇ ਲਿਖੀ ਹੋਈ। ਆਪ ਪੜ੍ਹ ਲਓ, ਉੱਥੇ ਲਿਖਿਆ ਹੋਇਆ। ਮੈਂ ਸਿਰਫ ਅਰਥ ਕਰਕੇ ਦੱਸ ਰਿਹਾ, ਉਹ ਪੂਰੀ ਉਹਦੀ ਕਹਾਣੀ ਵੀ ਲਿਖੀ ਹੈ। ਉਹ ਅੱਗੇ ਲਿਖਿਆ, 4 ਵਰਨ ਹਿੰਦੂ ਤੇ ਥਾਈ, ਭਿੰਨ ਭਿੰਨ ਸਭ ਦੀਨ ਬਿਠਾਈ, ਮਿਲੇ ਬਹੁਤ ਸਿੱਖ ਸੇਵਕ ਬਰਿੰਦਾ, ਪਾਂਤ ਵਸਾਈ ਸ੍ਰੀ ਸੁਖ ਕੰਦਾ। ਸਿੱਖਾਂ ਨੂੰ ਤੇ ਇੱਕ ਪੰਗਤ 'ਚ ਬਿਠਾਤਾ, ਬਾਕੀਆਂ ਨੂੰ ਕਿਹਾ ਕਿ ਬਹੁਤ ਵਧੀਆ। ਹਾਲੇ ਕਿ ਸਿੱਖ ਧਰਮ ਦਾ ਜਿਹੜਾ ਸਾਰਾ ਦਾਰੋ ਮਦਾਰ ਹੈ ਉਹ ਹੈ ਕਿ ਸਾਰਿਆਂ ਨੂੰ ਇੱਕ ਲੜੀ ਵਿੱਚ ਪਰੋਣਾ। ਜਿਸ ਨੂੰ ਇਹ ਪ੍ਰਵਾਨ ਹੈ ਇਹ ਗੱਲ, ਉਹ ਇੱਥੇ ਆਵੇ। ਜਿਸ ਨੂੰ ਪ੍ਰਵਾਨ ਨਹੀਂ ਹੈ, ਕਿਸੇ ਲਈ ਜ਼ਬਰਦਸਤੀ ਨਹੀਂ, ਪਰ ਉਹਨਾਂ ਲਈ ਪੰਗਤਾਂ ਰਿਜ਼ਰਵ ਕਰ ਦੇਣੀਆਂ। ਇਹ ਸਿੱਖੀ ਵਿੱਚ ਜ਼ਹਿਰ ਮਿਲਾਉਣਾ ਹੈ। ਇਹ ਉਹ ਸਾਰੇ ਢਾਂਚੇ ਨੂੰ ਜਿਉਂਦਾ ਰੱਖਣਾ ਹੈ। ਇਹ ਗੱਲ ਇੱਕ ਲਾਈਨ ਵਿੱਚ ਲਿਖੀ ਹੋਈ ਹੈ,
पर यह कुजे विच समुंदर है। एक इस विलास ने ही सिੱਖੀ ਨੂੰ तहस नहस कर दिता। इदां दी हर जगह यह गल्लां लिखियां होईयां। पहलां साडे विच श्राद्ध बना दिते, पितर लोक हुंदे आ, पितरां 'च समान पुजदा है, फिर सारियां नूं अलग अलग बिठा के खुआया। लांगरियां नूं फिर आग्या कीती कि पहलां सतनाम दा मुख तो उचारण करो, फिर ये भोजन सब नूं वरता देवो, जो भी कोई चाहुंदा है ओह पहुँचा देवो। आप गुरु जी उच्चे थां बैठे सन, सारे अंतरजामी नूं वेख रहे सन। बहुत लोग भोजन परोसण लगे। लांगरियां ने किसी देर तो बगैर लंगर वरता दिता। एक बार जिस नूं दे आउंदे सन, फिर मंगण दी चाह नहीं सी रहिंदी। जिन्हां मनुखां दी गिणती नहीं सी हो सकदी, सारियां नूं भोजन छकाया, कोई भी खाली ना गया। हुण सुणो, समान किन्ना, मतलब तुहाडा श्राद्ध कराउण दी मोहर ला गए और तुहानूं मायक तौर ते दिवालिया बनाउण दा भी राह दस गए। सुणो बनिया की कुछ सी। कड़ाह, कचौरियां, पूरियां, खीर, पूड़े, बहुत स्वाद पूरे बने सन। बहुत खंड घिओ उपर पाया, दही अते सब्जियां, सब्जियां का कोई अंत नहीं, पता नहीं सारियां सब्जियां बनाईयां भी बहुत पसंद आईयां। नरम चावल, दाल भी ਜਿਹੜੇ ਚਾਹੁੰਦੇ सन उन्होंने तुरंत पहुँचाए। सब भांत का अटुट भंडारा वरत्या। सब हैरान होए, इस गति नूं कोई ना जान सकिया। हुण इन्नी क विचारां तुहानूं दस दित्तियां कि यह पूरी कहानी एक घंटे की जी 40-45 मिनट की वीडियो विच किहड़ी गुरमत की गल है जिहड़ी इस ग्रंथ विच लिखी है। सारी गुरबाणी नूं रद्द कर दिता। हुण मैं ज़्यादा टाइम ना लवां, मेरा ख्याल है इदू ज़्यादा स्पष्टता नहीं हो सकती। जे इस ग्रंथ नूं मनना भाई गुरसिखो, फिर सिੱਖੀ नूं भुल जाओ। फिर पहला धर्म जिथों आए सी ना, उदों वधिया धर्म होर कोई नहीं, वापस चले जाओ। फिर निर्मल निराला पंथ कहण दीयां गल्लां नूं छड्ड दिओ। एवें दोगलियां जिहियां गल्लां ना करो। जां श्राद्ध हुंदे हन, पितर लोक 'च पुजदे हन, पितर लोक हुंदे हन, जां नहीं हुंदे हन। जे तुसीं मंनदे सब कुछ हुंदा है, फिर गुरु ग्रंथ साहिब दे सिੱਖ तुसीं नहीं बन सकदे। जे तुसीं मंनदे हो नहीं हुंदा है, इस ग्रंथ नूं छड्डना पैना। दोनां चों एक गल रख लो। हर मोड़ ते बड़ी डूंघाई नाल 4 वर्ण एक कीते सी। इत्थे जोती जोत समाउण तो एक दिन पहलां 4 वर्णां नूं अलग अलग पंगतां विच बिठा के लंगर छका दिता। हुण बस करदे आं, बहुत हो गया। विचार करदे आं, कई तरह दीयां भुल्लां गलतियां हो गईयां होणगीਆਂ ते संगत बख्शणयोग है, बख्श लेना। अगे तो कोशिश करांगे गलती ना होवे। जे विचार चंगे लगण तां जिन्ना वध तो वध तुसीं इस दा फैलाव कर सकदे हो। ये तुहाडी खुशी है। ना चंगे लगण तां भई रहण दिओ, कोई गल नहीं, क्योंकि यह तां जरूरी नहीं कि हर बंदा मेरी गल नाल सहमत होवे। मैं सच प्रगट कर दिता। इस ग्रंथ का सूरज प्रकाश ग्रंथ जो कवि संतोख सिंह ने लिखिया, किवें विंगे टेढ़े ढंग नाल उसने सानू सिੱਖੀ नूं खत्म करन दी जो योजनावां बनाईयां, किवें उन्हां नूं लागू कीता, वो सारा कुछ दस दिता। आओ फतेह बुलाइए। वाहिगुरू जी का खालसा, वाहिगुरू जी की फतेह।